ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਾਂ ਨਵਨੀਤ ਤੇ ਫਤਿਹ ਆਡੂਗਮ ਦੇ ਤੁਹਾਡਾ ਸਵਾਗਤ ਕਰਦੀ ਹਾਂ। ਸੋ ਲਾਸਟ ਲੈਕਚਰ ਦੇ ਵਿੱਚ ਅਸੀਂ ਅਲਫਾਬੈਟਸ ਦੇ ਬਾਰੇ ਥੋੜੀ ਜਿਹੀ ਨੌਲੇਜ ਹਾਸਲ ਕੀਤੀ ਤੇ ਫਿਰ ਉਸ ਤੋਂ ਬਾਅਦ ਏ ਤੇ ਐਨ ਦੇ ਕੁਝ ਰੂਲਸ ਤੇ ਫਿਰ ਕੈਪੀਟਲ ਲੈਟਰਸ ਦੇ ਕੁਝ ਰੂਲਸ ਪੜ੍ਹੇ ਸੀਗੇ। ਸੋ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਔਰ ਬੇਸਿਕ ਜਿਹੜਾ ਇੰਗਲਿਸ਼ ਦੇ ਆਪਾਂ ਰੂਟਸ ਕਹਿ ਸਕਦੇ ਹਾਂ ਸੈਂਟੈਂਸਸ, ਠੀਕ ਹੈ। ਸੋ ਇਹਦੇ ਬਾਰੇ ਆਪਾਂ ਜਿਹੜਾ ਆ ਪੜਾਂਗੇ ਸੈਂਟੈਂਸਸ ਕੀ ਨੇ, ਟਾਈਪਸ ਆਫ ਸੈਂਟੈਂਸਸ ਕੀ ਨੇ ਔਰ ਅੱਜ ਦਾ ਲੈਕਚਰ ਆਉਣ ਵਾਲੇ ਕੱਲ ਵਾਲੇ ਲੈਕਚਰ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗਾ, ਠੀਕ ਹੈ। ਅਗਰ ਅੱਜ ਦਾ ਤੁਸੀਂ ਅੱਛੀ ਤਰ੍ਹਾਂ ਪੜੋਗੇ ਦੈਨ ਓਨਲੀ ਥਰਡ ਲੈਕਚਰ ਜਿਹੜਾ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਊਗਾ। ਸੋ ਸਭ ਤੋਂ ਪਹਿਲਾਂ ਆਪਾਂ ਲੈਟਰਸ ਦੀ ਗੱਲ ਕੀਤੀ ਸੀਗੀ, ਠੀਕ ਹੈ। ਸੋ ਲੈਟਰਸ ਜਿਹੜੇ ਆ ਮਿਲ ਕੇ ਇੱਕ ਯੂਜ਼ਫੁਲ ਵਰਡ ਬਣਾਉਂਦੇ ਆ ਜਿਹਨੂੰ ਆਪਾਂ ਵਰਣ ਜਾਂ ਸ਼ਬਦ ਕਹਿੰਦੇ ਆ, ਠੀਕ ਹੈ। ਜਿਵੇਂ CAT ਮਿਲ ਕੇ ਕੈਟ ਬਣਾਉਂਦਾ ਆ, PEN ਮਿਲ ਕੇ ਪੈਨ ਬਣਾਉਂਦਾ ਆ, TABLE ਮਿਲ ਕੇ ਟੇਬਲ ਬਣਾਉਂਦਾ ਆ। ਸੋ ਇਹ ਲੈਟਰਸ ਮਿਲ ਕੇ ਇੱਕ ਯੂਜ਼ਫੁਲ ਵਰਡ ਬਣਾਉਂਦੇ ਆ ਜਿਹਦਾ ਕੁਝ ਮੀਨਿੰਗ ਹੁੰਦਾ ਹੈ, ਮੀਨਿੰਗਫੁਲ ਵਰਡ ਬਣਾਉਂਦੇ ਨੇ। ਸੋ ਇਹ ਸ਼ਬਦ ਜਾਂ ਵਰਡਸ ਕੀ ਹੁੰਦੇ ਨੇ ਜਾਂ ਵਰਣ ਕੀ ਹੁੰਦੇ ਨੇ? ਸੋ ਇਹ ਹੁੰਦੇ ਨੇ ਜਦੋਂ ਅਲਫਾਬੈਟਸ ਨੂੰ ਅਜਿਹੀ ਤਰਤੀਬ ਨਾਲ, ਮਤਲਬ ਕਿਸੇ ਇਹੋ ਜਿਹੇ ਤਰੀਕੇ ਨਾਲ ਲਿਖਿਆ ਜਾਏ ਕਿ ਉਹਦੇ ਤੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ, ਉਹਦੇ ਤੋਂ ਸਾਨੂੰ ਕੋਈ ਜਿਹੜਾ ਆ ਉਹਦਾ ਅਰਥ ਨਿਕਲੇ। ਸੋ ਉਹਨੂੰ ਆਪਾਂ ਕੀ ਹੈ ਵਰਡ ਕਹਿੰਦੇ ਆ। ਜਿਵੇਂ ਕੈਟ, ਪੈਨ, ਬਿਕੋਜ਼ ਐਟਸੈਟਰਾ, ਈਵਨ ਐਟਸੈਟਰਾ ਵੀ ਜਿਹੜਾ ਆ ਇੱਕ ਵਰਡ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਪੁਆਇੰਟਸ ਨੇ ਜਿਹੜੇ ਤੁਹਾਨੂੰ ਯਾਦ ਰੱਖਣੇ ਨੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਕਿ ਹਰ ਵਰਡ ਵਿੱਚ ਘੱਟੋ ਘੱਟ ਇੱਕ ਵੋਵਲ, ਮਤਲਬ ਇੱਕ ਸਵਰ ਤੇ ਇੱਕ ਕੌਨਸੋਨੈਂਟ ਜ਼ਰੂਰ ਹੁੰਦਾ ਆ। ਜੇ ਉਹਦੇ ਵਿੱਚ ਵੋਵਲ ਨਹੀਂ ਹੈ ਨਾ, ਦੈਟ ਮੀਨਸ ਕਿ ਉਹਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਵਰਡ ਇੰਗਲਿਸ਼ ਦਾ ਜ਼ਰੂਰ ਹੋਊਗਾ, ਕੌਨਸੋਨੈਂਟ ਜ਼ਰੂਰ ਹੋਊਗਾ ਜਿਹਦੀ ਜਿਹੜੀ ਸਾਊਂਡ ਹੈ, ਧੁਨੀ ਜਿਹਨੂੰ ਆਪਾਂ ਕਿਹਾ ਸੀਗਾ, ਜਿਹਦੀ ਜਿਹੜੀ ਸਾਊਂਡ ਹੈ ਉਹ ਵੋਵਲ ਵਰਗੀ ਹੋਵੇ, ਠੀਕ ਹੈ। ਸੋ ਕੋਈ ਵੀ ਤੁਸੀਂ ਇੰਗਲਿਸ਼ ਦੀ ਅੱਜ ਬੁੱਕ ਫਰੋਲ ਕੇ ਦੇਖ ਲਿਆ, ਤੁਸੀਂ ਖੁਦ ਹੈਰਾਨ ਹੋਵੋਗੇ ਕਿ ਵਾਕਿਆ ਹੀ ਮਤਲਬ ਇੰਨੇ ਵਰਡਸ ਆ, ਹਰ ਇੱਕ ਵਰਡ ਆ ਕੋਈ ਵੀ ਉਹਦੇ ਵਿੱਚ ਵੋਵਲਸ ਹੁੰਦੇ ਹੀ ਹੁੰਦੇ ਆ, ਠੀਕ ਹੈ। ਬਟ ਦੇਰ ਆਰ ਸਮ ਐਕਸੈਪਸ਼ਨਸ, ਉਹ ਵੀ ਆਪਾਂ ਗੱਲ ਕਰਦੇ ਆ। ਸੋ ਇੱਕ ਵੋਵਲ ਤੇ ਇੱਕ ਕੌਨਸੋਨੈਂਟ ਜ਼ਰੂਰ ਹੋਊਗਾ। ਕੋਈ ਵਰਡ ਚੱਕ ਕੇ ਦੇਖ ਲਓ, ਈਵਨ ਜੇ ਮੈਂ ਆਪਣਾ ਨਾਮ ਹੀ ਲਿਖ ਦੇਵਾਂ, ਠੀਕ ਹੈ, ਨਵਨੀਤ। ਸੋ ਇਹਦੇ ਵਿੱਚ ਵੀ ਦੇਖੋ ਕੌਨਸੋਨੈਂਟ ਵੀ ਹੈ ਤੇ ਵੋਵਲ ਵੀ ਨੇ, ਹੈ ਨਾ। ਸੋ ਕੌਨਸੋਨੈਂਟ 3 ਨੇ ਤੇ ਵੋਵਲ ਵੀ 2 ਨੇ ਈ ਦੀ ਰੈਪੀਟੀਸ਼ਨ ਦੇ ਨਾਲ। ਸੋ ਜੇ ਕਿਸੇ ਵਰਡ ਦੇ ਵਿੱਚ ਕੋਈ ਸਵਰ ਨਹੀਂ ਹੈ, ਠੀਕ ਹੈ, ਕੋਈ ਵੋਵਲ ਨਹੀਂ ਹੈ ਉਹਦੇ ਵਿੱਚ, ਮਤਲਬ ਜੇ AIEOU ਨਹੀਂ ਹੈ ਤੇ ਉਹਦੇ ਵਿੱਚ ਕੀ ਹੋਊਗਾ, ਉਸ ਵੋਵਲ ਦੀ, ਉਸ ਵਰਡ ਦੇ ਵਿੱਚ ਉਸ ਵੋਵਲ ਦੀ ਕਿਸੇ ਨਾ ਕਿਸੇ ਵੋਵਲ ਦੀ, ਨੋਟ ਉਸੇ, ਕਿਸੇ ਨਾ ਕਿਸੇ ਵੋਵਲ ਦੀ ਸਾਊਂਡ ਜ਼ਰੂਰ ਹੋਏਗੀ। ਜਿਵੇਂ ਆ ਵਰਡ ਹੈ ਇੱਥੇ ਟਰਾਈ, ਕਰਾਈ, ਸਕਾਈ, ਮਾਈ। ਹੁਣ ਇਹਨਾਂ ਦੇ ਵਿੱਚ ਦੇਖਿਆ ਜਾਏ ਤੇ TRY ਸਾਰੇ ਤਿੰਨੇ ਦੇ ਤਿੰਨੇ ਕੌਨਸੋਨੈਂਟਸ ਨੇ, SKY ਤਿੰਨੇ ਦੇ ਤਿੰਨੇ ਕੌਨਸੋਨੈਂਟਸ ਨੇ, MY ਦੋਵੇਂ ਹੀ ਕੌਨਸੋਨੈਂਟਸ ਨੇ, ਲੇਕਿਨ ਸਾਊਂਡ ਕਿਹੜੇ ਵੋਵਲ ਦੀ ਆ ਰਹੀ ਹੈ? ਆਈ, ਠੀਕ ਹੈ। ਸੋ ਇਹ ਬੇਸਿਕ ਰੂਲ ਹੈ, ਕੋਈ ਵੀ ਵਰਡ ਜਿਹੜਾ ਆ ਘੱਟੋ ਘੱਟ ਇੱਕ ਵੋਵਲ ਉਹਦੇ ਵਿੱਚ ਹੁੰਦਾ ਹੀ ਹੁੰਦਾ ਆ ਔਰ ਕੌਨਸੋਨੈਂਟਸ ਤੇ ਮਿਲਾਪ ਦੇ ਨਾਲ ਹੀ ਬਣਦਾ ਹੈ, ਵੋਵਲਸ ਤੇ ਕੌਨਸੋਨੈਂਟਸ ਦੇ ਮਿਲਾਪ ਦੇ ਨਾਲ ਹੀ ਬਣਦਾ ਹੈ। ਜੇਕਰ ਨਹੀਂ ਤੇ ਉਹਦੇ ਵਿੱਚ ਕਿਸੇ ਨਾ ਕਿਸੇ, ਜੇਕਰ ਕੌਨਸੋਨੈਂਟਸ ਦਾ ਹੀ ਬਣਿਆ ਹੋਏ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਵੋਵਲ ਦੀ, ਯਾਨੀ ਕਿਸੇ ਨਾ ਕਿਸੇ ਸਵਰ ਦੀ ਸਾਊਂਡ ਜ਼ਰੂਰ ਆਉਂਦੀ ਹੋਏਗੀ। ਸੋ ਹੁਣ ਕਿੱਥੇ ਮੈਂ ਲਾਈਨ ਲਿਖੀ ਹੈ, ਲਾਈਫ ਇਜ਼ ਨਾਟ ਅ ਬੈਡ ਆਫ ਰੋਜ਼ਿਸ, ਹੈ ਨਾ, ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ, ਇਹਦਾ ਮਤਲਬ ਇਹ ਹੁੰਦਾ ਹੈ। ਸੋ ਲਾਈਫ ਜੇਕਰ ਆਪਾਂ ਵਰਡ ਦੇਖੀਏ ਤੇ ਇਹਦੇ ਵਿੱਚ 2 ਵੋਵਲਸ ਨੇ, L ਤੇ I। ਉਸ ਤੋਂ ਬਾਅਦ ਇਜ਼ ਵਰਡ ਦੇਖੀਏ ਤੇ I ਵੋਵਲ ਹੈ, S ਕੌਨਸੋਨੈਂਟ ਹੈ। ਨੋਟ ਦੇਖੀਏ ਤੇ ਇਹਦੇ ਵਿੱਚ O ਜਿਹੜਾ ਹੈ ਵੋਵਲ ਹੈ, A ਇਟਸੈਲਫ ਇੱਕ ਵੋਵਲ ਹੈ, ਠੀਕ ਹੈ। ਦੈਨ ਬੈਡ ਦੇ ਵਿੱਚ E ਵੋਵਲ ਹੈ, ਆਫ ਦੇ ਵਿੱਚ O ਵੋਵਲ ਹੈ, ਦੈਨ ਰੋਜ਼ਿਸ ਦੇ ਵਿੱਚ O ਤੇ E ਵੋਵਲ ਹੈ, ਰਾਈਟ। ਸੋ ਕੁਝ ਅਜਿਹੇ ਵਰਡਸ ਵੀ ਹੁੰਦੇ ਆ ਜਿਨ੍ਹਾਂ ਵਿੱਚ ਇੱਕ ਹੀ ਅਲਫਾਬੈਟ ਹੁੰਦਾ ਆ, ਠੀਕ ਹੈ। ਜਿਵੇਂ ਕਿ A ਆਪਾਂ ਯੂਜ਼ ਕਰਦੇ ਹੀ ਆ, ਠੀਕ ਹੈ। ਦੈਨ ਉਸ ਤੋਂ ਬਾਅਦ I ਦਾ ਮਤਲਬ ਮੈਂ, A ਦਾ ਮਤਲਬ ਇੱਕ, ਠੀਕ ਹੈ। I have a pen, ਰਾਈਟ, ਮੇਰੇ ਕੋਲ ਇੱਕ ਪੈਨ ਹੈ। ਦੈਨ ਇੱਕ ਐਗਜ਼ਾਮਪਲ ਇਹਦੇ ਵਿੱਚ ਲਿਖਿਆ I want to build a beautiful house for my wife। ਸੋ ਮੈਂ ਆਪਣੀ ਵਾਈਫ ਲਈ ਇੱਕ ਸੋਹਣਾ ਜਿਹਾ ਘਰ ਬਣਾਉਣਾ ਚਾਹੁੰਦਾ ਹਾਂ। ਸੋ ਇਹਦੇ ਵਿੱਚ I ਵਰਡ ਵੀ ਯੂਜ਼ ਹੋ ਗਿਆ ਇਕੱਲਾ ਹੀ। ਦੈਨ ਉਸ ਤੋਂ ਬਾਅਦ ਇਹ ਆਪਣੇ ਆਪ 'ਚ ਇੱਕ ਵਰਡ ਬਣ ਗਿਆ ਕਿਉਂਕਿ ਇਹਦਾ ਇੱਕ ਮਤਲਬ ਨਿਕਲਦਾ ਹੈ, I ਮਤਲਬ ਮੈਂ। ਵਾਂਟ ਦਾ ਵਿੱਚ ਦੇਖੋ ਤੇ 3 ਇਹਦੇ ਵਿੱਚ ਕੌਨਸੋਨੈਂਟਸ ਨੇ, W, N ਤੇ T। A ਕੀ ਹੈ? ਵੋਵਲ ਹੈ। 2 ਦੇ ਵਿੱਚ O ਵੋਵਲ ਹੈ। ਬਿਲਡ ਦੇ ਵਿੱਚ U ਤੇ I ਵੋਵਲਸ ਨੇ। ਦੈਨ A ਤੇ ਹੈਗਾ ਹੀ ਹੈ। ਬਿਊਟੀਫੁਲ ਦੇ ਵਿੱਚ EAU ਤੇ I, ਠੀਕ ਹੈ। ਦੈਨ ਅਗੇਨ U ਵੋਵਲ ਹੈ। ਦੈਨ ਹਾਊਸ ਦੇ ਵਿੱਚ OU ਤੇ E ਵੋਵਲ ਹੈ। ਫॉर ਦੇ ਵਿੱਚ O ਵੋਵਲ ਹੈ। ਮਾਈ ਦੇ ਵਿੱਚ ਸਾਊਂਡ ਜਿਹੜੀ ਹੈ ਮਾਈ, ਠੀਕ ਹੈ, I ਦਾ ਵੋਵਲ ਸਾਊਂਡ ਯੂਜ਼ ਹੋ ਰਿਹਾ ਹੈ। ਵਾਈਫ ਦੇ ਵਿੱਚ I ਤੇ E ਵੋਵਲਸ ਨੇ, ਰਾਈਟ।
ਹੁਣ ਵਰਡਸ ਦੀ ਤੇ ਆਪਾਂ ਗੱਲ ਕਰ ਲਈ, ਹੁਣ ਗੱਲ ਕਰਦੇ ਆਪਾਂ ਸੈਂਟੈਂਸ ਦੀ। ਸੈਂਟੈਂਸ ਜਿਹੜਾ ਇੰਗਲਿਸ਼ ਦੀ ਇੱਕ ਬਹੁਤ ਵੱਡੀ ਇਕਾਈ ਆ। ਇਸ ਤੋਂ ਛੋਟੀਆਂ ਜਿਹੜੀਆਂ ਇਕਾਈਆਂ ਹੁੰਦੀਆਂ ਨੇ ਉਹਦੇ ਵਿੱਚ ਜਿਵੇਂ ਕਲੌਜ਼ ਆ ਗਏ, ਫਰੇਜ਼ਸ ਆ ਗਏ, ਠੀਕ ਹੈ, ਮੋਰਫਮਸ ਆ ਗਏ, ਲੇਕਿਨ ਸੈਂਟੈਂਸ ਜਿਹੜਾ ਆ ਇਹ ਸਭ ਤੋਂ ਵੱਡੀ ਇਕਾਈ ਇਹਨੂੰ ਆਪਾਂ ਬੋਲ ਦਿੰਦੇ ਆ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਵਰਡਸ ਮਿਲ ਕੇ ਜਿਹੜਾ ਇੱਕ ਮੀਨਿੰਗਫੁਲ, ਠੀਕ ਹੈ, ਮੀਨਿੰਗਫੁਲ ਲਾਈਨ ਬਣਾਉਂਦੇ ਨੇ। ਸੋ ਜਦੋਂ ਦੋ ਜਾਂ ਦੋ ਤੋਂ ਵੱਧ ਵਰਡਸ ਨੂੰ ਅਜਿਹੇ ਤਰੀਕੇ ਨਾਲ ਜੋੜਿਆ ਜਾਏ ਕਿ ਉਸ ਦਾ ਕੋਈ ਭਾਵ, ਠੀਕ ਹੈ, ਕੋਈ ਅਰਥ ਨਿਕਲੇ ਜਾਂ ਉਹਦੇ ਚੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ, ਤੇ ਉਸ ਵਰਡ ਸਮੂਹ ਨੂੰ, ਉਸ ਸ਼ਬਦ ਸਮੂਹ ਨੂੰ ਕੀ ਆਪਾਂ ਕਹਿੰਦੇ ਆ, ਉਹਨੂੰ ਆਪਾਂ ਸੈਂਟੈਂਸ ਕਹਿੰਦੇ ਆ। ਜਿਵੇਂ ਰੇਖਾ ਇਜ਼ ਐਨ ਐਕਟਰੈਸ, ਠੀਕ ਹੈ। ਸੋ ਰੇਖਾ ਕੀ ਹੈ, ਕੋਈ ਕੁੜੀ ਹੈ ਜਾਂ ਈਵਨ ਐਕਟਰੈਸ ਵੀ ਹੈਗੀ ਹੈ। ਸੋ ਰੇਖਾ ਕੀ ਹੈ, ਐਕਟਰੈਸ ਹੈ। ਹੁਣ ਇੱਕ ਜਿਹੜਾ ਸੈਂਟੈਂਸ ਹੁੰਦਾ ਹੈ ਦੋ ਹਿੱਸਿਆਂ ਦਾ ਬਣਿਆ ਹੁੰਦਾ ਹੈ, ਸਬਜੈਕਟ ਤੇ ਪ੍ਰੈਡੀਕੇਟ ਦਾ, ਠੀਕ ਹੈ, ਸਬਜੈਕਟ ਤੇ ਪ੍ਰੈਡੀਕੇਟ। ਸਬਜੈਕਟ ਕੀ ਹੈ ਇੱਥੇ, ਜਿਵੇਂ ਰੇਖਾ ਹੈ, ਤੇ ਪ੍ਰੈਡੀਕੇਟ ਜਿਹੜਾ ਜਨਰਲੀ ਵਰਬ ਤੇ ਉਹਦੇ ਬਾਅਦ ਵਾਲਾ ਹਿੱਸਾ ਜਿਹੜਾ ਇੱਥੇ ਵਰਬ ਕੀ ਆ, ਇਜ਼, ਠੀਕ ਹੈ, ਜਿਹਦਾ ਪੰਜਾਬੀ ਦੇ ਵਿੱਚ ਮਤਲਬ ਹੁੰਦਾ ਹੈ, ਜਿਹਨੂੰ ਆਪਾਂ ਹੈਲਪਿੰਗ ਵਰਬ ਵੀ ਬੋਲ ਦਿੰਦੇ ਆ। ਸੋ ਸਬਜੈਕਟ ਤੇ ਵਰਬ ਤੇ ਲਾਸਟ ਵਾਲਾ ਜਿਹੜਾ ਹਿੱਸਾ ਜਿਹਨੂੰ ਆਪਾਂ ਆਬਜੈਕਟ ਕਹਿ ਦਿੰਦੇ ਆ, ਉਹ ਮਿਲ ਕੇ ਕੀ ਹੈ, ਇੱਕ ਪੂਰਾ ਸੈਂਟੈਂਸ ਬਣਾਉਂਦਾ ਆ, ਠੀਕ ਹੈ। ਪੰਜਾਬੀ ਦੇ ਵਿੱਚ ਜੇਕਰ ਆਪਾਂ ਇਹਨੂੰ ਜਾਣਨਾ ਹੋਏ ਤੇ ਸਬਜੈਕਟ ਦਾ ਮਤਲਬ ਹੁੰਦਾ ਹੈ ਕਰਤਾ, ਕਾਰਜ ਨੂੰ ਕਰਨ ਵਾਲਾ। ਕੋਈ ਨਾ ਕੋਈ ਕੰਮ ਇੱਕ ਸੈਂਟੈਂਸ ਦੇ ਵਿੱਚ ਹੋਇਆ ਹੁੰਦਾ ਆ, ਠੀਕ ਹੈ। ਜੇਕਰ ਕਿਸੇ ਵੀ ਸੈਂਟੈਂਸ ਦੇ ਵਿੱਚ ਕੋਈ ਕੰਮ ਹੋਣ ਦਾ ਨਾ ਪਤਾ ਲੱਗੇ, ਇਹੋ ਜਿਹੇ ਸੈਂਟੈਂਸਿਸ ਜਨਰਲੀ ਸੈਂਟੈਂਸ ਨਹੀਂ ਹੁੰਦੇ, ਫਰੇਜ਼ ਹੁੰਦੇ ਨੇ, ਠੀਕ ਹੈ। ਸੋ ਸਬਜੈਕਟ ਇੱਥੇ ਕੀ ਹੈ, ਕਰਤਾ, ਮਤਲਬ ਕਾਰਜ ਨੂੰ ਕਰਨ ਵਾਲਾ, ਔਰ ਪ੍ਰੈਡੀਕੇਟ ਕੀ ਹੁੰਦਾ ਹੈ, ਕਰਨ, ਮਤਲਬ ਕਰਤੇ ਨੇ ਕੀ ਕੰਮ ਕੀਤਾ, ਠੀਕ ਹੈ, ਕਰਤੇ ਦੁਆਰਾ ਕਿਹੜਾ ਕਾਰਜ ਹੋਇਆ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਪ੍ਰੈਡੀਕੇਟ, ਜਿਹਦੇ ਵਿੱਚ ਆਪਾਂ ਹੈਲਪਿੰਗ ਵਰਬ ਦੀ ਵੀ ਯੂਜ਼ ਕਰਦੇ ਹਾਂ ਜਾਂ ਨਾਰਮਲੀ ਕੋਈ ਵੀ ਵਰਬ ਦੀ ਯੂਜ਼ ਕਰਦੇ ਹਾਂ। ਸੋ ਆਈ ਲਵ ਮਾਈ ਕੰਟਰੀ, ਆਈ ਕੀ ਹੈ ਇੱਥੇ, ਸਬਜੈਕਟ ਹੈ, ਲਵ ਮਾਈ ਕੰਟਰੀ ਕੀ ਹੈ, ਪ੍ਰੈਡੀਕੇਟ ਹੈ। ਦੈਨ ਇੱਕ ਹੋਰ ਐਗਜ਼ਾਮਪਲ ਦੇਖ ਲਈਏ, ਹੀ ਇਜ਼ ਪਲੇਇੰਗ ਫੁੱਟਬਾਲ, ਠੀਕ ਹੈ, ਹੀ ਇਜ਼ ਪਲੇਇੰਗ ਫੁੱਟਬਾਲ। ਹੁਣ ਇਹਦੇ ਵਿੱਚ ਹੀ ਕੌਣ ਆ, ਸਬਜੈਕਟ ਕੀ ਕੰਮ ਕਰ ਰਿਹਾ ਹੈ, ਠੀਕ ਹੈ। ਸੋ ਵਰਬ ਆ ਗਿਆ ਇਹਦੇ ਵਿੱਚ, verb is playing मतलब वो खेड रहा है, की खेड रहा है, फुटबॉल खेड रहा है, ठीक है। सो फुटबॉल इत्थे की है, ऑब्जेक्ट है, राइट। सो सब्जेक्ट वर्ब ते ऑब्जेक्ट मिलके जिहड़ा आ वो एक सेंटेंस बनाउंदे आ। जनरली आपां ऑब्जेक्ट ते वर्ब नू प्रेडिकेट दी जगह ते भी ले लैंदे आ कि एक सेंटेंस जिहड़ा सब्जेक्ट प्लस प्रेडिकेट हुंदा आ, और प्रेडिकेट दे विच जनरली वर्ब प्लस ऑब्जेक्ट हुंदा है। ਹੁਣ ਇਹ ਬਹੁਤ ਇੰਪੋਰਟੈਂਟ ਜਿਹੜਾ ਆ ਇੱਕ ਪਾਰਟ ਆ, ਸੈਂਟੈਂਸਿਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਠੀਕ ਹੈ। ਸੋ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਆ, ਕਿਉਂਕਿ ਐਵੇਂ ਦੇ ਜਿਹੜੇ ਤੁਹਾਨੂੰ ਅੱਗੇ ਜਾ ਕੇ ਐਕਸਰਸਾਈਜ਼ਸ ਆਪਾਂ ਸੋਲਵ ਕਰਾਂਗੇ, ਠੀਕ ਹੈ। ਸੋ ਉਹਦੇ ਰਿਲੇਟਿਡ ਕੁਐਸਚਨਸ ਵੀ ਆ ਸਕਦੇ ਨੇ, ਔਰ ਇਹਨਾਂ ਨੂੰ ਜਿੱਦਾਂ ਅਸਰਟਿਵ ਨੂੰ ਇੰਪੈਰੇਟਿਵ 'ਚ ਚੇਂਜ ਕਰਨਾ ਜਾਂ ਇੰਪੈਰੇਟਿਵ ਨੂੰ ਆਪਟੇਟਿਵ ਜਾਂ ਇੰਟੈਰੋਗੇਟਿਵ ਦੇ ਵਿੱਚ ਚੇਂਜ ਕਰਨਾ, ਕਿਸੇ ਮਤਲਬ ਇੰਟਰਚੇਂਜੇਬਲ ਨੇ ਸਾਰੇ ਸੈਂਟੈਂਸਿਸ, ਠੀਕ ਹੈ। ਇੱਕ ਫਾਰਮ ਦੂਜੀ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਆ। ਸੋ ਇੱਥੇ ਸਭ ਤੋਂ ਪਹਿਲਾਂ ਇਹ ਹੈਗਾ ਇਜ਼ਰਟਿਵ ਤੇ ਡੈਕਲੇਰੇਟਿਵ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਥਨ ਸੂਚਕ। ਮੋਸਟਲੀ ਜਿੰਨੀ ਵੀ ਆਪਾਂ ਕਨਵਰਸੇਸ਼ਨ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਠੀਕ ਹੈ, ਜਨਰਲੀ ਉਹ ਆਪਾਂ ਅਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸਿਸ ਦੇ ਵਿੱਚ ਹੀ ਕਰਦੇ ਹਾਂ, ਠੀਕ ਹੈ। ਸੋ ਜਿਵੇਂ ਕਿ ਆਈ ਐਮ ਪਲੇਇੰਗ ਫੁੱਟਬਾਲ, ਮਾਈ ਨੇਮ ਇਜ਼ ਨਵਨੀਤ, ਠੀਕ ਹੈ। ਸੋ ਆਈ ਰੀਡ ਇਨ ਦਿਸ ਕਲਾਸ। ਸੋ ਇਹ ਸਾਰੇ ਕੀ ਹੈ, ਅਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸਿਸ ਹੁੰਦੇ ਨੇ। ਇਹ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਹਾਂ ਵਾਚਕ ਤੇ ਇੱਕ ਹੁੰਦੇ ਨੇ ਨਾ ਵਾਚਕ, ਠੀਕ ਹੈ। ਨਾ ਵਾਚਕ ਮੀਨਸ ਨਕਾਰਾਤਮਕ ਨੈਗੇਟਿਵ, ਤੇ ਹਾਂ ਵਾਚਕ ਮੀਨਸ ਪੋਜ਼ਿਟਿਵ। ਯਾਨੀ ਕਿ ਜਿਹੜੇ ਹਾਂ ਵਾਚਕ ਹੁੰਦੇ ਨੇ ਇਹਨਾਂ ਨੂੰ ਆਪਾਂ ਅਫਰਮੇਟਿਵ ਕਹਿ ਦਿੰਦੇ ਆ, ਅਫਰਮੇਟਿਵ ਔਰ ਅਫਰਮੇਟਿਵ ਅਸਰਟਿਵ ਡੈਕਲੇਰੇਟਿਵ ਜਾਂ ਅਫਰਮੇਟਿਵ ਡੈਕਲੇਰੇਟਿਵ। ਔਰ ਜਿਹੜੇ ਨਾ ਵਾਚਕ ਹੁੰਦੇ ਨੇ ਜਾਂ ਨਕਾਰਾਤਮਕ ਹੁੰਦੇ ਨੇ, ਸੋ ਇਹਨਾਂ ਨੂੰ ਆਪਾਂ ਸਿੰਪਲੀ ਜਿਹੜਾ ਆ ਨੈਗੇਟਿਵ ਸੈਂਟੈਂਸਿਸ ਦੀ ਕੈਟਾਗਰੀ ਦੇ ਵਿੱਚ ਲੈਂਦੇ ਆ। ਉਸ ਤੋਂ ਬਾਅਦ ਦੂਸਰੇ ਹੁੰਦੇ ਨੇ ਇੰਟੈਰੋਗੇਟਿਵ, ਜਿੱਦਾਂ ਪੁਲਿਸ ਇੰਟੈਰੋਗੇਸ਼ਨ ਕਰਦੀ ਆ, ਹੈ ਨਾ, ਕ੍ਰਿਮੀਨਲਸ ਨੂੰ ਇੰਟੈਰੋਗੇਟ ਮੀਨਸ ਉਹਨਾਂ ਨੂੰ ਕੁਐਸਚਨਸ ਤੇ ਕੁਐਸਚਨਸ ਪੁੱਛਦੀ ਆ, ਠੀਕ ਹੈ, ਪ੍ਰਸ਼ਨਵਾਚਕ। ਦੈਨ ਇੰਪੈਰੇਟਿਵ ਸੈਂਟੈਂਸਿਸ ਉਹ ਹੁੰਦੇ ਨੇ ਜਿਹਦੇ ਵਿੱਚ ਆਪਾਂ ਕਿਸੇ ਨੂੰ ਕੋਈ ਆਦੇਸ਼ ਦਿੰਦੇ ਆ, ਜਿਵੇਂ ਸ਼ਟ ਦਾ ਡੋਰ, ਠੀਕ ਹੈ। ਦੈਨ ਉਸ ਤੋਂ ਬਾਅਦ ਐਕਸਕਲਾਮੇਟਰੀ ਜਿਹੜੇ ਹੁੰਦੇ ਆ ਹੈਰਾਨੀ ਵਾਚਕ ਜਾਂ ਵਿਸਮੇਵਾਚਕ, ਜਿਨ੍ਹਾਂ ਦੇ ਪਿੱਛੇ ਸਾਈਨ ਆਫ ਐਕਸਕਲਾਮੇਸ਼ਨ ਲੱਗਾ ਹੁੰਦਾ ਆ, ਠੀਕ ਹੈ। ਇੱਦਾਂ ਮੇ ਯੂ ਲਿਵ ਲੌਂਗ, ਰਾਈਟ। ਸੋ ਇੱਦਾਂ ਦੇ ਸੈਂਟੈਂਸਿਸ ਜਿਹੜੇ ਐਕਸਕਲਾਮੇਟਰੀ ਹੁੰਦੇ ਨੇ, ਠੀਕ ਹੈ। ਹੁਰਰਾ ਵੀ ਹੈਵ ਵਨ ਦ ਮੈਚ,
ਸੋ ਇਹ ਐਕਸਕਲਾਮੇਟਰੀ ਨੇ। ਆਪਟੇਟਿਵ ਹੁੰਦੇ ਨੇ ਇੱਛਾਵਾਚਕ, ਜਿਹਦੇ ਵਿੱਚ ਆਪਾਂ ਕੋਈ ਇੱਛਾ ਜ਼ਾਹਿਰ ਕਰਦੇ ਹਾਂ, ਠੀਕ ਹੈ। ਵੁੱਡ ਦੈਟ ਆਈ ਵਰ ਅ ਡਾਕਟਰ, ਠੀਕ ਹੈ, ਕਾਸ਼ ਮੈਂ ਡਾਕਟਰ ਹੁੰਦਾ। ਸੋ ਇਦਾਂ ਦੇ ਸੈਂਟੈਂਸਸ ਨੂੰ ਆਪਾਂ ਆਪਟੇਟਿਵ ਕਹਿੰਦੇ ਆ, ਇੱਛਾਵਾਚਕ ਕਹਿੰਦੇ ਆ। ਸੋ ਸਭ ਤੋਂ ਪਹਿਲਾਂ ਅਗਰ ਅਸਰਟਿਵ ਜਾਂ ਡਿਕਲੇਰੇਟਿਵ ਸੈਂਟੈਂਸਸ ਦੀ ਗੱਲ ਕਰੀਏ, ਮਤਲਬ ਕਿ ਜਿੱਥੋਂ ਸਾਨੂੰ ਕਿਸੇ ਵੀ ਗੱਲ ਦਾ ਨੋਰਮਲੀ ਪਤਾ ਲੱਗਦਾ ਹੈ, ਠੀਕ ਹੈ। ਸੋ ਉਹਨਾਂ ਨੂੰ ਆਪਾਂ ਅਸਰਟਿਵ ਕਹਿੰਦੇ ਆ। ਇਹਦੇ ਵਿੱਚ ਦੋ ਤਰ੍ਹਾਂ ਦੇ, ਜਿਵੇਂ ਤੁਹਾਨੂੰ ਦੱਸਿਆ, ਅਫਰਮੇਟਿਵ ਸਕਾਰਾਤਮਕ ਤੇ ਨਕਾਰਾਤਮਕ ਨੈਗੇਟਿਵ। ਜਿਵੇਂ ਇਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਅਫਰਮੇਟਿਵ ਦੀਆਂ, ਮਾਈ ਨੇਮ ਇਜ਼ ਨਵਨੀਤ, ਦ ਚਾਈਲਡ ਲਰਨਡ ਮੈਨੀ ਪੋਇਮਸ, ਆਈ ਰਿਸਪੈਕਟ ਮਾਈ ਐਲਡਰਸ। ਮਤਲਬ ਮੋਸਟ ਆਫ ਦੀ ਕਨਵਰਸੇਸ਼ਨਸ ਜਿਹੜੀਆਂ ਆਪਾਂ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਜਨਰਲੀ ਉਹ ਅਸਰਟਿਵ ਜਾਂ ਡਿਕਲੇਰੇਟਿਵ ਫਾਰਮ ਦੇ ਵਿੱਚ ਹੁੰਦੀਆਂ ਨੇ। ਨੈਗੇਟਿਵ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਵਰਡ ਜਿਹੜੇ ਯੂਜ਼ ਕਰਦੇ ਹਾਂ, ਠੀਕ ਹੈ। I do not like tea, he never helps his friends, oil and water will never mix। ਐਂਡ ਜਨਰਲੀ ਜਿਹੜੇ ਯੂਨੀਵਰਸਲ ਟਰੂਥਸ ਹੁੰਦੇ ਨੇ ਉਹ ਵੀ ਮੋਸਟਲੀ ਅਫਰਮੇਟਿਵ ਹੁੰਦੇ ਨੇ, ਮੋਸਟਲੀ, ਜ਼ਿਆਦਾਤਰ, ਠੀਕ ਹੈ। ਸੋ ਜਿਵੇਂ ਕਿ ਸਨ ਰਾਈਜ਼ਸ ਇਨ ਦ ਈਸਟ, ਓਨੈਸਟੀ ਇਜ਼ ਦ ਬੈਸਟ ਪੋਲਿਸੀ, ਵਾਟਰ ਇਜ਼ ਐਸੈਂਸ਼ੀਅਲ ਫॉर ਲਾਈਫ। ਸੋ ਇਹ ਕੀ ਹੈ, ਡਿਕਲੇਰੇਟਿਵ ਸੈਂਟੈਂਸਸ ਹੁੰਦੇ ਨੇ। ਦੈਨ ਉਸ ਤੋਂ ਬਾਅਦ ਇੰਟੈਰੋਗੇਟਿਵ ਸੈਂਟੈਂਸਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੰਟੈਰੋਗੇਟਿਵ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹਦੇ ਵਿੱਚ ਆਪਾਂ ਕੁਐਸਚਨਸ ਪੁੱਟ ਕਰਦੇ ਹਾਂ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਜਿਵੇਂ ਐਗਜ਼ਾਮਪਲ ਹੈ, ਡੂ ਯੂ ਲਾਈਕ ਟੀ, ਵਟ ਇਜ਼ ਯੋਰ ਨੇਮ। ਇਹਦਾ ਕੀ ਪਹਿਚਾਣ ਕੀ ਹੁੰਦੀ ਹੈ ਕਿ ਇਹਦੇ ਪਿੱਛੇ ਜਿਹੜਾ ਆ ਕੁਐਸਚਨ ਮਾਰਕ ਲੱਗਾ ਹੁੰਦਾ। ਅਫਰਮੇਟਿਵ ਸੈਂਟੈਂਸਸ ਜਾਂ ਅਸਰਟਿਵ ਜਾਂ ਡਿਕਲੇਰੇਟਿਵ ਸੈਂਟੈਂਸਸ ਦੇ ਪਿੱਛੇ ਫੁੱਲ ਸਟਾਪ ਲੱਗਾ ਹੁੰਦਾ ਆ, ਠੀਕ ਹੈ। ਇਸੇ ਤਰ੍ਹਾਂ ਐਕਸਕਲਾਮੇਟਰੀ ਸੈਂਟੈਂਸਸ ਦੇ ਪਿੱਛੇ ਸਾਈਨ ਆਫ ਐਕਸਕਲਾਮੇਸ਼ਨ ਲੱਗਾ ਹੁੰਦਾ ਆ। ਇੰਪੈਰੇਟਿਵ ਸੈਂਟੈਂਸਸ ਮੀਨਸ ਆਦੇਸ਼ਾਤਮਕ, ਠੀਕ ਹੈ। ਇਹ ਵੀ ਜਨਰਲੀ ਫੁੱਲ ਸਟਾਪ ਦੇ ਨਾਲ ਹੀ ਖਤਮ ਹੁੰਦੇ ਨੇ। ਸੋ ਜਿਹਦੇ ਵਿੱਚ ਆਦੇਸ਼ ਦਿੱਤਾ ਜਾਂਦਾ, ਕਮਾਂਡ ਦਿੱਤੀ ਜਾਂਦੀ, ਆਦੇਸ਼ ਜਾਂ ਹੁਕਮ, ਜਾਂ ਕਿਸੇ ਨੂੰ ਬੇਨਤੀ ਕੀਤੀ ਜਾਂਦੀ, ਜਾਂ ਕਿਸੇ ਨੂੰ ਸਲਾਹ ਦਿੱਤੀ ਜਾਂਦੀ, ਜਾਂ ਕਿਸੇ ਨੂੰ ਪ੍ਰਾਰਥਨਾ ਕੀਤੀ ਜਾਂਦੀ ਹੈ, ਠੀਕ ਹੈ। ਕਮਾਂਡ, ਰਿਕੁਐਸਟ, ਐਡਵਾਈਜ਼ ਐਂਡ ਐਂਟਰੀਟੀ। ਐਗਜ਼ਾਮਪਲ ਕਮਾਂਡ ਦੀ ਜੇਕਰ ਆਪਾਂ ਐਗਜ਼ਾਮਪਲ ਦੇਖੀਏ ਤਾਂ ਸ਼ਟ ਦਾ ਡੋਰ। ਦੈਨ ਰਿਕੁਐਸਟ ਜਾਂ ਬੇਨਤੀ ਦੀ ਐਗਜ਼ਾਮਪਲ ਦੇਖੀਏ ਤਾਂ ਪਲੀਜ਼ ਬ੍ਰਿੰਗ ਮੀ ਅ ਗਲਾਸ ਆਫ ਵਾਟਰ। ਦੈਨ ਉਸ ਤੋਂ ਬਾਅਦ ਐਡਵਾਈਜ਼, ਹੈਲਪ, ਆਲਵੇਜ਼ ਹੈਲਪ ਦ ਪੂਅਰ, ਠੀਕ ਹੈ, ਜਾਂ ਯੂ ਸ਼ੁੱਡ ਅਬੇ ਯੂਰ ਪੇਰੈਂਟਸ, ਇਸ ਤਰ੍ਹਾਂ। ਦੈਨ ਐਂਟਰੀਟੀ ਜਾਂ ਪ੍ਰਾਰਥਨਾ, ਡੂ ਪੇ ਅਸ ਅ ਵਿਜ਼ਿਟ, ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਸਾਡੇ ਜ਼ਰੂਰ ਮੁੜ ਕੇ ਆਓ, ਠੀਕ ਹੈ। ਦੈਨ ਐਕਸਕਲਾਮੇਟਰੀ ਸੈਂਟੈਂਸਸ ਮੀਨਸ ਹੈਰਾਨੀਵਾਚਕ ਜਾਂ ਫਿਰ ਵਿਸਮੇਵਾਚਕ, ਜਿਨ੍ਹਾਂ ਦੇ ਪਿੱਛੇ ਪਹਿਚਾਣ ਕਿੱਥੇ ਹੁੰਦੀ ਹੈ ਕਿ ਇਹਨਾਂ ਦੇ ਪਿੱਛੇ ਸਾਈਨ ਆਫ ਐਕਸਕਲਾਮੇਸ਼ਨ ਲੱਗਾ ਹੁੰਦਾ ਆ। ਸੋ ਇਹ ਸਡਨ ਜਾਂ ਡੀਪ ਫੀਲਿੰਗ, ਮਤਲਬ ਆਪ ਮੁਹਾਰੇ ਕਈ ਵਾਰੀ, ਠੀਕ ਹੈ, ਇਨਵੋਲੰਟਰੀਲੀ ਸਾਡੇ ਮੂੰਹ ਚੋਂ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਹੈ, ਅੱਛਾ ਇਹ ਹੋਇਆ, ਇੱਦਾਂ ਹੋਇਆ, ਠੀਕ ਹੈ। ਸੋ ਇਹ ਕੀ ਹੈ, ਹੈਰਾਨੀਜਨਕ ਖੁਲਾਸੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹੁੰਦੇ ਹੈ। ਜਾਂ ਕੋਈ ਡੂੰਘੀ ਭਾਵਨਾ, ਠੀਕ ਹੈ, ਕੋਈ ਮਤਲਬ ਕੋਈ ਮਰਗ ਹੋ ਗਈ ਹੈ ਜਾਂ ਕਿਸੇ ਦਾ ਨੁਕਸਾਨ ਹੋ ਗਿਆ ਹੈ ਤੇ ਆਪਾਂ ਅਫਸੋਸ ਜ਼ਾਹਰ ਕਰਨ ਲਈ ਜਿਹੜਾ ਆ ਇੱਦਾਂ ਦਾ ਫੇਸ ਬਣਾਉਂਦੇ ਹਾਂ, ਤੇ ਉਹਦੇ ਵਿੱਚ ਜਨਰਲੀ ਆਪਾਂ ਜਿਹੜਾ ਆ ਇਹ ਸੈਂਟੈਂਸਸ ਯੂਜ਼ ਕਰਦੇ ਹਾਂ। ਜਿੱਦਾਂ ਵਟ ਅ ਪਲੇਜ਼ੈਂਟ ਵੈਦਰ, ਠੀਕ ਹੈ। ਅਲਾਸ ਆਈ ਹੈਵ ਰੂਨਡ ਮਾਈ ਲਾਈਫ, ਠੀਕ ਹੈ। ਇਹ ਕੀ ਹੈ, ਇਹ ਨੈਗੇਟਿਵ ਸੈਂਸ ਦੇ ਵਿੱਚ ਹੈਗਾ, ਠੀਕ ਹੈ। ਅਲਾਸ ਆਈ ਹੈਵ ਰੂਨਡ ਮਾਈ ਲਾਈਫ, ਮੈਂ ਆਪਣੀ ਜ਼ਿੰਦਗੀ ਤਬਾਹ ਕਰ ਲਈ। ਹਾਊ ਪ੍ਰੈਟੀ ਦ ਗਰਲ ਇਜ਼, ਬਹੁਤ ਹੀ ਪਿਆਰੀ ਕੁੜੀ ਹੈ। ਸੋ ਇਹ ਕੀ ਹੈ, ਸਾਰੇ ਵਿਸਮਿਕ ਵਾਚਕ ਜਾਂ ਜਿਨ੍ਹਾਂ ਨੂੰ ਆਪਾਂ ਐਕਸਕਲਾਮੇਟਰੀ ਕਹਿੰਦੇ ਹਾਂ। ਨੈਕਸਟ ਹੈਗਾ ਆਪਟੇਟਿਵ, ਯਾਨੀ ਕਿ ਇੱਛਾਵਾਚਕ। ਸੋ ਇਹਦੇ ਵਿੱਚ ਆਪਾਂ ਕੋਈ ਵਿਸ਼ ਐਕਸਪ੍ਰੈਸ ਕਰਦੇ ਹਾਂ ਜਾਂ ਬਲੈਸਿੰਗ ਐਕਸਪ੍ਰੈਸ ਕਰਦੇ ਹਾਂ। ਫॉर ਐਗਜ਼ਾਮਪਲ, ਮੇ ਯੂ ਲਿਵ ਲੌਂਗ, ਠੀਕ ਹੈ, ਵੁੱਡ ਦੈਟ ਆਈ ਵਰ ਰਿਚ। ਸੋ ਇਹਦੇ ਵਿੱਚ ਵੀ ਸਾਈਨ ਆਫ ਐਕਸਕਲਾਮੇਸ਼ਨ ਲੱਗਾ ਹੈ, ਲੇਕਿਨ ਇਹਦੇ ਵਿੱਚ ਇੱਕ ਇੱਛਾ ਜਿਹੜੀ ਹੈ ਜ਼ਾਹਿਰ ਕੀਤੀ ਗਈ ਹੈ, ਠੀਕ ਹੈ। ਸੋ ਇਹ ਅੱਜ ਦੀ ਐਕਸਰਸਾਈਜ਼ ਹੈ ਜਿਹੜੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਆਨਸਰ ਦਿਓਗੇ। ਇਹ ਤੁਸੀਂ ਜਿਹੜੇ ਸੈਂਟੈਂਸਸ ਨੇ ਇਹਨਾਂ ਦੀਆਂ ਟਾਈਪਸ ਲਿਖੋਗੇ 1 2 3 4 ਨੰਬਰ ਪਾ ਕੇ। ਪਲੀਜ਼ ਹੈਲਪ ਮੀ, ਕਿਸ ਟਾਈਪ ਦਾ ਸੈਂਟੈਂਸ ਹੈ। ਡੂ ਯੂ ਸਮੋਕ, ਕਿਸ टाइप का सेंटेंस है। ऑलवेज स्पीक द ट्रुथ, किस टाइप का सेंटेंस है। मे यू ग्रो वाइजर, किस टाइप का सेंटेंस है। मिलते हैं नेक्स्ट चैप्टर के नाल अगले दिन। थैंक यू।